ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਾਹਤ ਦੇ ਸਵਾਲਾਂ 'ਚ ਘਿਰੇ ਹਾਈ ਕੋਰਟ ਦੇ ਜੱਜ ਸਾਹਿਬ ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਸੌਦੇਬਾਜ਼ੀ ਦਾ ਫੈਸਲਾ। ਤੁਸੀਂ ਵੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਸੁਖ ਭੱਟੀਵਾਲ। ਬੀਤੇ ਦਿਨੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਰਾਹਤ ਦਿੱਤੀ ਗਈ ਸੀ। 2022 ਤੱਕ ਸੈਣੀ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਆ, ਜਿਸ ਤੋਂ ਬਾਅਦ ਹੁਣ ਇਸ ਫੈਸਲੇ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਸਿੱਖ ਹਲਕਿਆਂ ਦੇ ਵਿੱਚ ਇਹ ਵੱਡੀ ਚਰਚਾ ਛਿੜ ਗਈ ਆ। ਰੋਸ ਜਤਾਇਆ ਜਾ ਰਿਹਾ ਇਸ ਫੈਸਲੇ ਦੇ ਖਿਲਾਫ। ਹੁਣ ਬਠਿੰਡਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਤਿੱਖੀ ਬਿਆਨਬਾਜ਼ੀ ਕੀਤੀ ਗਈ ਆ ਜੱਜ ਸਾਹਿਬ ਵੱਲੋਂ ਦਿੱਤੇ ਇਸ ਫੈਸਲੇ ਦੇ ਖਿਲਾਫ। ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਕਿ ਇਹ ਸੌਦੇਬਾਜ਼ੀ ਦਾ ਫੈਸਲਾ। ਤੁਹਾਨੂੰ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਕਿ ਇੰਡੀਆ ਦੇ ਵਿੱਚ ਸਿੱਖਾਂ ਨੂੰ ਇਨਸਾਫ ਕਦੋਂ ਮਿਲੇਗਾ। ਸੈਣੀ ਦੇ ਮਾਮਲੇ ਦੇ ਵਿੱਚ ਜੱਜ ਸਾਹਿਬ ਨੇ ਜੋ ਫੈਸਲਾ ਕੀਤਾ ਉਸ ਨੂੰ ਸੌਦੇਬਾਜ਼ੀ ਦਾ ਫੈਸਲਾ ਦੱਸਿਆ ਗਿਆ। ਜੱਜ ਸਾਹਿਬ ਤੇ ਵੱਡੇ ਸਵਾਲ ਚੁੱਕੇ ਗਏ ਨੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ। ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਸੀ ਬੀਤੇ ਦਿਨੀ, ਉਸ ਦੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ 2022 ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਕੇ ਰਾਹਤ ਦਿੱਤੀ ਗਈ ਆ, ਜਿਸ ਤੋਂ ਬਾਅਦ ਹੁਣ ਇਸ ਫੈਸਲੇ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਸਿਮਰਨਜੀਤ ਸਿੰਘ ਮਾਨ ਨੇ ਸਵਾਲ ਖੜੇ ਕਰਦਿਆਂ ਇਸ ਨੂੰ ਕੌਮ ਵਿਰੋਧੀ ਫੈਸਲਾ ਦੱਸਿਆ। ਨਾਲ ਹੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਸਿਰਸਾ ਸਾਧ ਗੁਰਮੀਤ ਰਾਮ ਰਹੀਮ ਅਤੇ ਬਾਦਲਾਂ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ। ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦੀ ਉਹ ਬਿਆਨਬਾਜ਼ੀ ਸੁਣਾਉਂਦੇ ਹਾਂ। ਇੰਡੀਆ ਦੇ ਵਿੱਚ ਸਿੱਖਾਂ ਨੂੰ ਇਨਸਾਫ ਕਦੋਂ ਮਿਲੂਗਾ, ਜਦ ਕਿ ਜੱਜ ਵੀ ਇਹੋ ਜਿਹੇ ਫੈਸਲੇ ਕਰਨ ਲੱਗ ਪਏ ਹੈ ਜਿਹੜੇ ਅਣਹੋਣੇ ਹੈ। ਹੁਣ ਜਿਹੜਾ ਜੱਜ ਸਾਹਿਬ ਨੇ, ਸਾਗਵਾਨ ਸਾਹਿਬ ਨੇ ਫੈਸਲਾ ਕੀਤਾ, ਇਹ ਬਿਲਕੁਲ ਸਾਨੂੰ ਲੱਗਦਾ ਹੈ ਇਹਦੇ ਵਿੱਚ ਜਾਂ ਤਾਂ ਸੌਦੇਬਾਜ਼ੀ ਹੋਈ ਹੈ ਜਾਂ ਫਿਰ ਮੁਲਤਵੀ ਪਾਉਣੇ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸੈਣੀ ਨੂੰ ਬਚਾ ਦਈਏ। ਇਹ ਕੰਟੈਂਪਟ ਆਫ ਕੋਰਟ ਨਹੀਂ ਹੋ ਸਕਦਾ। ਤੁਸੀਂ ਦਲੇਰੀ ਦੇ ਨਾਲ ਦਿਓ, ਕਿਉਂ ਕਰਕੇ ਜਦੋਂ ਕੋਈ ਵੀ ਬੰਦਾ ਕਾਨੂੰਨ ਤੋਂ ਬਾਹਰ ਜਾਂ ਇਖਲਾਕ ਤੋਂ ਬਾਹਰ ਜਾਂਦਾ, ਉਹਦੀ ਹਿੰਮਤ ਨਹੀਂ ਹੁੰਦੀ ਕਿ ਉਹ ਤੁਹਾਡੇ ਉੱਤੇ ਮੁਕੱਦਮਾ ਕਰ ਸਕੇ। ਸੋ ਜਿਹੜਾ ਫੈਸਲਾ ਕੀਤਾ ਕਿ ਸੈਣੀ ਦੀ ਇਨਵੈਸਟੀਗੇਸ਼ਨ ਅਗਲੇ ਇਲੈਕਸ਼ਨਾਂ ਤੱਕ ਬੰਦ ਕਰਤੀ ਹੈ। ਉਹਨਾਂ ਨੇ ਕਿਹਾ, ਜੱਜ ਸਾਹਿਬ ਨੇ, ਕਿ ਜਿਹੜੀ ਤਫਤੀਸ਼ ਹੈ ਸੈਣੀ ਦੀ, ਇਹ ਇੱਕ ਸਿਆਸੀ ਤਫਤੀਸ਼ ਹੈ। ਮੈਂ ਤੁਹਾਨੂੰ ਸਾਰੇ ਸਿਆਣਿਆਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਪਲੇਟੋ ਨੇ ਕਿਹਾ ਕਿ ਮੈਨ ਇਜ਼ ਅ ਪੋਲੀਟੀਕਲ ਐਨੀਮਲ, ਜੱਜ ਵੀ ਜਿਹੜਾ ਇਹਨਾਂ ਦਾ ਕੋਲੀਜੀਅਮ ਸਿਸਟਮ ਹੁੰਦਾ ਉਹ ਲਿਸਟ ਬਣਾਉਂਦੇ ਹੈ ਅਤੇ ਲਿਸਟ ਤਾਂ ਗਵਰਨਮੈਂਟ ਕੋਲੇ ਜਾਂਦੀ ਹੈ ਅਤੇ ਗਵਰਨਮੈਂਟ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਦਿੰਦਾ ਹੈ, ਫਿਰ ਨੋਟੀਫਿਕੇਸ਼ਨ ਹੁੰਦੀ ਹੈ। ਮੈਂ ਇਸ ਜੱਜ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਦੱਸ ਕਿ ਸਿਆਸਤ ਕਿੱਥੇ ਨਹੀਂ ਹੈ। ਗੌਰਮੈਂਟ ਆਫ ਇੰਡੀਆ ਸਿਆਸਤ ਨਾਲ ਬਣੀ ਹੈ, ਪ੍ਰੈਜ਼ੀਡੈਂਟ ਆਫ ਇੰਡੀਆ ਸਿਆਸਤ ਨਾਲ ਬਣਿਆ, ਕਿਹੜੀ ਜਗ੍ਹਾ ਜਿੱਥੇ ਸਿਆਸਤ ਨਹੀਂ ਹੁੰਦੀ। ਔਰ ਸਭ ਤੋਂ ਜਿਹੜਾ ਜ਼ਾਲਮ ਫੈਸਲਾ ਕਰਤਾ ਹੈ ਕਿ ਸੈਣੀ ਬਾਹਰ ਦੇ ਮੁਲਕ ਜਾ ਸਕਦਾ ਹੈ ਅਦਾਲਤ ਤੋਂ ਪਰਮਿਸ਼ਨ ਲੈ ਕੇ। ਇਹਦਾ ਮਤਲਬ ਹੈ ਹਾਈ ਕੋਰਟ ਆਪ ਕਹਿੰਦੀ ਹੈ ਸੈਣੀ ਨੂੰ ਕਿ ਤੂੰ ਫਰਾਰ ਹੋ ਸਕਦਾ। ਉਹਨੂੰ ਫਰਾਰ ਹੋਣ ਦੇ ਲਈ ਇਹ ਫੈਸਲਾ ਕੀਤਾ ਕਿ ਤੇਰੇ ਕੋਲੇ ਅਰਬਾਂ ਕਰੋੜਾਂ ਰੁਪਏ ਹੈਗੇ ਹੈ, ਜੇ ਤੂੰ ਆਪਣੀ ਜਾਨ ਬਚਾਉਣੀ ਹੈ ਤਾਂ ਤੂੰ ਬਾਹਰਲੇ ਮੁਲਕ 'ਚ ਚਲਿਆ ਜਾ। ਇਹੋ ਜਿਹਾ ਫੈਸਲਾ ਅਸੀਂ ਕਦੇ ਸੁਣਿਆ ਨਹੀਂ, ਜਿਹੜਾ ਬਿਲਕੁਲ
ਸਿੱਖੀ ਦੇ ਖਿਲਾਫ ਹੋਵੇ। ਜਦੋਂ ਜੱਜ ਮੌਤ ਦੀ ਸਜ਼ਾ ਦਿੰਦੇ ਹੈ ਉਹ ਕਹਿੰਦੇ ਹੈ ਕਿ ਸਿਰਫ ਰੇਅਰੈਸਟ ਆਫ ਰੇਅਰੈਸਟ ਜਿਹੜਾ ਬਹੁਤ ਬਹੁਤ ਭਿਆਨਕ ਕਤਲ ਹੁੰਦਾ ਹੈ ਉਹਦੇ ਵਿੱਚ ਮੌਤ ਦੀ ਸਜ਼ਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਣੀ, ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਨਾਲੀਆਂ 'ਚ ਸਿੱਟ ਦੇਣੇ, ਉਹ ਰੇਅਰੈਸਟ ਤੋਂ ਕਿਵੇਂ ਡਿਫਰੈਂਟ ਹੈ। ਜਿਹੜਾ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਇਹੋ ਜਿਹੀ ਹੱਤਕ ਕੀਤੀ ਹੈ ਸਰਸੇ ਸਾਧ ਨੇ, ਬਾਦਲ ਤੇ ਸੁਖਬੀਰ ਤੇ ਸੈਣੀ ਨੇ, ਇਹਦੇ 'ਤੇ ਰੋਕ ਲਾ ਦੇਣੀ। ਇਸ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਸਿੱਖਾਂ ਦੇ ਉੱਤੇ ਸਿੱਧਾ ਮਜ਼ਹਬ ਦੇ ਉੱਤੇ ਇਸ ਜੱਜ ਨੇ ਹਮਲਾ ਕੀਤਾ ਹੈਗਾ। ਦੂਸਰੀ ਗੱਲ ਹੈ ਕਿ ਇਹ ਹੁਣ ਸਾਫ਼ ਜ਼ਾਹਰ ਹੋ ਗਿਆ ਹੈ ਕਿ ਜਿੰਨੇ ਵੀ ਸੁਪਰੀਮ ਕੋਰਟ ਦੇ ਜੱਜ ਹੈ ਜਾਂ ਹਾਈ ਕੋਰਟ ਦੇ ਜੱਜ ਹੈ ਇਹ ਖਰੀਦੇ ਜਾ ਸਕਦੇ ਹੈ।